स्टार्ट। ਭਾਰਤ ਜੋ ਕਿ ਵਿਕਾਸਸ਼ੀਲ ਦੇਸ਼ ਹੈ ਡੰਡੀ, ਇਸ ਦੇ ਆਰਥਿਕ ਵਿਕਾਸ ਵਿੱਚ ਨਿਰਯਾਤ ਦਾ ਵਿਸ਼ੇਸ਼ ਮਹੱਤਵ ਹੈ, ਕਿਉਂਕਿ ਇਸ ਸਮੇਂ ਇਹ ਵਿਕਾਸ ਦੇ ਕੰਮਾਂ ਵਿੱਚ ਪੁਰਜ਼ੋਰਾਂ ਨਾਲ ਲੱਗਾ ਹੋਇਆ ਹੈ। ਡੰਡੀ ਆਰਥਿਕ ਵਿਕਾਸ ਦੀ ਦਰ ਕਾਇਮ ਰੱਖਣ ਲਈ ਦੇਸ਼ ਨੂੰ ਬਹੁਤ ਸਾਰੀਆਂ ਪੂੰਜੀ ਵਸਤਾਂ, ਤਕਨੀਕੀ ਸਿੱਖਿਆ ਤੇ ਕੱਚਾ ਮਾਲ ਜੋ ਕਿ ਦੇਸ਼ ਦੇ ਵਿੱਚ ਉਪਲਬਧ ਨਹੀਂ ਹੈ, ਉਹ ਬਾਹਰਲੇ ਦੇਸ਼ਾਂ ਵਿੱਚੋਂ ਮੰਗਵਾਉਣਾ ਪੈਂਦਾ ਹੈ। ਡੰਡੀ ਆਜ਼ਾਦੀ ਤੋਂ ਪਹਿਲਾਂ ਦੇਸ਼ ਦੇ ਵਿਕਾਸ ਵੱਲ ਧਿਆਨ ਨਹੀਂ ਸੀ ਦਿੱਤਾ ਗਿਆ। ਭਾਰਤ ਤੋਂ ਕੱਚਾ ਮਾਲ ਬਾਹਰ ਭੇਜਿਆ ਜਾਂਦਾ ਸੀ ਅਤੇ ਪੱਕਾ ਮਾਲ ਮੰਗਵਾਇਆ ਜਾਂਦਾ ਸੀ, ਜਿਸ ਕਰਕੇ ਭਾਰਤ ਉਦਯੋਗੀਕਰਨ ਦੇ ਪੱਖ ਵਿੱਚ ਬਹੁਤ ਪਛੜਿਆ ਰਿਹਾ ਹੈ। ਡੰਡੀ ਆਜ਼ਾਦੀ ਤੋਂ ਬਾਅਦ ਦੇਸ਼ ਦੀ ਆਰਥਿਕਤਾ ਨੂੰ ਆਤਮ ਨਿਰਭਰਤਾ ਵੱਲ ਲਿਜਾਣ ਲਈ ਕੋਸ਼ਿਸ਼ ਕੀਤੀ ਗਈ। ਸਿੱਟੇ ਵਜੋਂ ਸਾਨੂੰ ਸਾਰਾ ਮਾਲ ਤੇ ਮਸ਼ੀਨਰੀ ਆਯਾਤ ਕਰਨੀ ਪਈ, ਜਿਸ ਦੇ ਲਈ ਬਹੁਤ ਸਾਰੀ ਬਾਹਰਲੀ ਮੁਦਰਾ ਦੀ ਲੋੜ ਪਈ। ਡੰਡੀ ਇਸ ਦੇ ਨਾਲ ਨਾਲ ਜੋ ਦੇਸ਼ ਪੈਟਰੋਲ ਅਤੇ ਤੇਲ ਆਦਿ ਨਿਰਯਾਤ ਕਰਦੇ ਹਨ, ਉਹਨਾਂ ਨੇ ਇਹਨਾਂ ਦੀਆਂ ਕੀਮਤਾਂ ਵਿੱਚ ਬਹੁਤ ਵਾਧਾ ਕੀਤਾ। ਡੰਡੀ ਇਹਨਾਂ ਪਦਾਰਥਾਂ ਦੀ ਹਰ ਇੱਕ ਦੇਸ਼ ਨੂੰ ਬਹੁਤ ਜ਼ਰੂਰਤ ਹੁੰਦੀ ਹੈ, ਜਿਸ ਕਰਕੇ ਵਿਦੇਸ਼ੀ ਮੁਦਰਾ ਦੀ ਲੋੜ ਬਹੁਤ ਜ਼ਿਆਦਾ ਵੱਧ ਗਈ। ਡੰਡੀ 1980-81 ਵਿੱਚ ਇਹਨਾਂ ਪਦਾਰਥਾਂ ਦੇ ਬਿੱਲ ਵਿੱਚ 5000 ਰੁਪਏ ਦਾ ਵਾਧਾ ਹੋ ਗਿਆ। ਡੰਡੀ 1966 ਦੇ ਵਿੱਚ ਜਦੋਂ ਰੁਪਏ ਦੀ ਕੀਮਤ ਘਟਾਈ ਗਈ ਸੀ, ਤਾਂ ਆਯਾਤ ਦੀ ਕੀਮਤ ਵਿੱਚ ਹੋਰ ਵਾਧਾ ਹੋ ਗਿਆ, ਭਾਵ ਕਿ ਨਿਰਯਾਤ ਸਸਤੀ ਤੇ ਆਯਾਤ ਮਹਿੰਗੀ ਹੋ ਗਈ। ਡੰਡੀ 1972 ਵਿੱਚ ਭਾਰਤੀ ਵਿਦੇਸ਼ੀ ਵਪਾਰ ਦੀ ਸਥਿਤੀ ਠੀਕ ਰਹੀ ਤੇ ਇਸ ਤੋਂ ਪਹਿਲਾਂ ਤੇ ਬਾਅਦ ਵਿੱਚ ਅਸੀਂ ਵਿਦੇਸ਼ੀ ਵਪਾਰ ਵਿੱਚ ਘਾਟੇ ਦਾ ਸਾਹਮਣਾ ਕਰ ਰਹੇ ਹਾਂ, ਭਾਵ ਆਯਾਤ ਨਿਰਯਾਤ ਨਾਲੋਂ ਜ਼ਿਆਦਾ ਹੋ ਰਹੀ ਹੈ। ਡੰਡੀ ਇਸ ਦਾ ਮੁੱਖ ਕਾਰਨ ਇਹ ਵੀ ਹੈ ਕਿ ਆਯਾਤ ਵਾਲੀਆਂ ਵਸਤੂਆਂ ਦੀ ਕੀਮਤ ਦਿਨੋਂ ਦਿਨ ਵੱਧ ਰਹੀ ਹੈ ਤੇ ਨਿਰਯਾਤ ਵਾਲੀਆਂ ਵਸਤੂਆਂ ਦੀ ਕੀਮਤ ਸਥਿਰ ਹੈ, ਜਿਸ ਕਰਕੇ ਆਯਾਤ ਬਿੱਲ ਵਿੱਚ ਵਾਧਾ ਹੋ ਰਿਹਾ ਹੈ। ਡੰਡੀ ਭਾਰਤ ਦੀ ਘਰੇਲੂ ਆਰਥਿਕ ਸਥਿਤੀ ਹੀ ਐਸੀ ਹੈ ਕਿ ਅਸੀਂ ਹਰ ਇੱਕ ਚੀਜ਼ ਦੀ ਘਾਟ ਮਹਿਸੂਸ ਕਰ ਰਹੇ ਹਾਂ ਤੇ ਸੋਕਾ, ਬਿਜਲੀ ਦੀ ਘਾਟ ਤੇ ਮੁੱਢਲੀਆਂ ਵਸਤੂਆਂ ਦੀ ਥੋੜ ਆਰਥਿਕਤਾ ਵਿੱਚ ਡਿਪਰੈਸ਼ਨ ਸਥਿਤੀ ਨੂੰ ਹੋਰ ਵੀ ਵਿਗਾੜ ਰਹੇ ਹਨ, ਜਿਸ ਕਰਕੇ ਨਿਰਯਾਤ ਤੇ ਅਸਰ ਪੈ ਰਿਹਾ ਹੈ। ਡੰਡੀ ਖਾਦ ਆਦਿ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਨਾਲ ਵੀ ਆਯਾਤ ਬਿੱਲ ਵੱਧ ਰਿਹਾ ਹੈ। ਡੰਡੀ ਸਾਲ 1980-81 ਵਿੱਚ ਨਿਰਯਾਤ ਦੀਆਂ ਕੁਝ ਖਾਸ ਵਸਤਾਂ ਦੇ ਵਿੱਚ 15% ਵਾਧਾ ਹੋਇਆ, ਪਰ ਇੰਜੀਨੀਅਰਿੰਗ ਦਾ ਸਮਾਨ, ਰਸਾਇਣਕ ਤੇ ਦਵਾਈਆਂ, ਪਲਾਸਟਿਕ, ਹੈਂਡੀਕ੍ਰਾਫਟ ਤੇ ਉੱਨੀ ਵਸਤਾਂ ਦਾ ਨਿਰਯਾਤ 30% ਤੋਂ ਲੈ ਕੇ 60% ਤੱਕ ਵਧਿਆ। ਡੰਡੀ ਕੌਫੀ, ਤੰਬਾਕੂ, ਮਸਾਲੇ ਤੇ ਚਾਵਲ, ਮੂੰਗਫਲੀ, ਕਪਾਹ ਆਦਿ ਦੀਆਂ ਵਸਤਾਂ ਵਿੱਚ ਨਿਰਯਾਤ ਤੋਂ ਚੰਗਾ ਪੈਸਾ ਕਮਾਇਆ ਗਿਆ। ਡੰਡੀ ਸੂਤੀ ਵਸਤਾਂ ਦੇ ਕੱਪੜੇ ਵਿੱਚ ਨਿਰਯਾਤ 18% ਵਧਿਆ। ਡੰਡੀ ਨਿਰਯਾਤ ਦੇ ਵਾਧੇ ਵਿੱਚ ਵੀ ਸਰਕਾਰ ਦੀਆਂ ਨੀਤੀਆਂ ਸਪਸ਼ਟ ਰੂਪ ਵਿੱਚ ਆਉਣੀਆਂ ਚਾਹੀਦੀਆਂ ਹਨ ਅਤੇ
ਨਿਰਯਾਤਕਾਰਾਂ ਨੂੰ ਵਿਸ਼ੇਸ਼ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ। ਡੰਡਿੰਗ ਸਰਕਾਰ ਦਾ ਕੰਟਰੋਲ ਸਿੱਧੇ ਰੂਪ ਵਿੱਚ ਘੱਟ ਹੋਣ ਚਾਹੀਦਾ ਹੈ ਤਾਂ ਜੋ ਫਰਮ ਜੋ ਕਿ ਵਿਦੇਸ਼ੀ ਵਪਾਰ ਵਿੱਚ ਰੁੱਝੀ ਹੋਈ ਹੈ ਉਸ ਦੀ ਕਾਰਜਕੁਸ਼ਲਤਾ ਤੇ ਘੱਟ ਅਸਰ ਪਵੇ। ਡੰਡਿੰਗ ਜਦ ਕਿ ਇੰਪੋਰਟ ਸਬਸਟੀਟਿਊਸ਼ਨ ਦੀ ਨੀਤੀ ਹੋਂਦ ਵਿੱਚ ਹੋਵੇ ਤਾਂ ਘਰੇਲੂ ਵਸਤੂਆਂ ਦੀ ਉਪਲਬਧਤਾ ਹੋਣੀ ਚਾਹੀਦੀ ਹੈ ਤਾਂ ਜੋ ਵਪਾਰੀ ਲੋਕ ਵਿਦੇਸ਼ੀ ਮੰਡੀ ਵਿੱਚ ਮੁਕਾਬਲੇ ਤੇ ਖੜ ਸਕਣ ਤੇ ਨਿਰਯਾਤ ਵਿੱਚ ਵਾਧਾ ਹੋ ਸਕੇ। ਡੰਡਿੰਗ ਜਦੋਂ ਇਕਾਨਮੀ ਆਫ ਸਕੇਲ ਦੀ ਹੋਂਦ ਜ਼ਿਆਦਾ ਹੋਵੇ ਉੱਥੇ ਨਿਰਯਾਤ ਸੰਬੰਧੀ ਨੀਤੀਆਂ ਫਰਮ ਦੀ ਐਕਸਪੈਂਸ਼ਨ ਵਿੱਚ ਚੰਗਾ ਰੋਲ ਅਦਾ ਕਰ ਸਕਦੀਆਂ ਹਨ ਤੇ ਇੰਪੋਰਟ ਸਬਸਟੀਟਿਊਸ਼ਨ ਦੀਆਂ ਨੀਤੀਆਂ ਨਾਲ ਫਰਮਾਂ ਦਾ ਆਕਾਰ ਸੀਮਤ ਰਹਿੰਦਾ ਹੈ। ਡੰਡਿੰਗ ਇਸ ਲਈ ਵੱਧ ਰਹੇ ਵਪਾਰਕ ਘਾਟੇ ਨੂੰ ਮੁੱਖ ਰੱਖਦੇ ਹੋਏ ਸਾਨੂੰ ਨਿਰਯਾਤ ਦੇ ਵਿੱਚ ਇਸ ਹੱਦ ਤੱਕ ਵਾਧਾ ਕਰਨਾ ਚਾਹੀਦਾ ਹੈ ਕਿ ਵਿਦੇਸ਼ੀ ਵਪਾਰ ਵਿੱਚ ਸੰਤੁਲਨ ਆ ਸਕੇ। ਡੰਡਿੰਗ ਆਉਣ ਵਾਲੇ ਸਮੇਂ ਵਿੱਚ ਵਿਦੇਸ਼ੀ ਵਪਾਰ ਸੰਸਾਰ ਮੰਡੀ ਦੀਆਂ ਹਾਲਤਾਂ ਉੱਤੇ ਅਤੇ ਦੇਸ਼ ਦੀ ਆਰਥਿਕਤਾ ਤੇ ਨਿਰਭਰ ਕਰ ਸਕੇਗਾ। ਡੰਡੀ